ओम शांति। आज सुनते हाँ 16 जून 2021 ਦੇ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਤੁਹਾਡੇ ਕੋਲ ਅਵਿਨਾਸ਼ੀ ਗਿਆਨ ਰਤਨਾ ਦਾ ਅਥਾਹ ਖਜ਼ਾਨਾ ਹੈ। ਤੁਸੀਂ ਉਸ ਦਾ ਦਾਨ ਕਰੋ। ਤੁਹਾਡੇ ਦਰ ਤੋਂ ਕੋਈ ਵੀ ਵਾਪਿਸ ਨਹੀਂ ਜਾਣਾ ਚਾਹੀਦਾ। ਪ੍ਰਸ਼ਨ ਹੈ, ਸਰਵ ਸੰਬੰਧਾਂ ਦੀ ਸਕਰੀਨ ਬਾਪ ਆਪਣੇ ਬੱਚਿਆਂ ਨੂੰ ਕਿਹੜੀ ਸ਼੍ਰੀਮਤ ਦਿੰਦੇ ਨੇ? ਉੱਤਰ, ਮਿੱਠੇ ਬੱਚੇ, ਆਪਣਾ ਬੁੱਧੀ ਯੋਗ ਹੋਰ ਤਰਫ ਤੋਂ ਹਟਾ ਕੇ ਇੱਕ ਮੈਨੂੰ ਯਾਦ ਕਰਦੇ ਰਹੋ। ਦੁਨੀਆ ਦੀ ਕੋਈ ਵੀ ਚੀਜ਼, ਮਿੱਤਰ ਸੰਬੰਧੀ ਆਦਿ ਯਾਦ ਨਾ ਆਣ, ਕਿਉਂਕਿ ਇਸ ਸਮੇਂ ਸਭ ਦੁੱਖ ਦੇਣ ਵਾਲੇ ਨੇ। ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਜ਼ਰੂਰ 63 ਜਨਮਾਂ ਦਾ ਹਿਸਾਬ ਕਿਤਾਬ ਚੁਕਤੂ ਕਰਨ ਦੀ ਮਿਹਨਤ ਕਰਨੀ ਪਵੇ। ਸਭ ਕੁਝ ਭੁੱਲ ਅਸ਼ਰੀਰੀ ਬਣੋ। ਹਿਸਾਬ ਕਿਤਾਬ ਚੁਕਤੂ ਹੋਵੇਗਾ। ਮੈਂ ਸਰਵ ਸੰਬੰਧਾਂ ਦੀ ਸਕਰੀਨ ਹਾਂ। ਓਮ ਸ਼ਾਂਤੀ। ਬਾਪ ਦਾਦਾ ਬੱਚਿਆਂ ਤੋਂ ਪੁੱਛਦੇ ਨੇ, ਕਿਸ ਦੀ ਯਾਦ ਵਿੱਚ ਬੈਠੇ ਹੋ? ਤਾਂ ਬੱਚੇ ਬੋਲੇ, ਸ਼ਿਵ ਬਾਬਾ ਦੀ। ਬੁਲੰਦ ਆਵਾਜ਼ ਵਿੱਚ ਕਹਿਣਾ ਚਾਹੀਦਾ ਹੈ ਕਿ ਅਸੀਂ ਸ਼ਿਵ ਬਾਬਾ ਦੀ ਯਾਦ ਵਿੱਚ ਬੈਠੇ ਹਾਂ। ਤੁਸੀਂ ਬੱਚੇ ਮਤਲਬ ਆਤਮਾਵਾਂ ਦਾ ਕਨੈਕਸ਼ਨ ਹੈ ਸ਼ਿਵ ਬਾਬਾ ਨਾਲ। ਤੁਸੀਂ ਸ਼ਿਵ ਬਾਬਾ ਦੇ ਬੰਦੇ ਹੋ ਇਹਨਾਂ ਦੁਆਰਾ, ਕਿਉਂਕਿ ਸ਼ਿਵ ਬਾਬਾ ਇਹਨਾਂ ਦੇ ਦੁਆਰਾ ਹੀ ਮਿਲਦੇ ਨੇ। ਇਹ ਵਿੱਚ ਦਲਾਲ ਕਿਹਾ ਜਾਂਦਾ ਹੈ। ਤੁਹਾਡਾ ਦਲਾਲ ਨਾਲ ਕੋਈ ਕਨੈਕਸ਼ਨ ਨਹੀਂ ਹੈ। ਇਹ ਤਾਂ ਸਿਰਫ ਮਾਰਫਤ ਹੈ, ਮਾਧਿਅਮ ਹੈ। ਲੈਣ ਦੇਣ ਦਾ ਸਭ ਹਿਸਾਬ ਕਿਤਾਬ ਬਾਪ ਨਾਲ ਹੋਣਾ ਹੈ, ਇਹਨਾਂ ਨਾਲ ਨਹੀਂ। ਇਹਨਾਂ ਦਾ ਵੀ ਲੈਣ ਦੇਣ ਇੱਕ ਬਾਪ ਨਾਲ ਹੈ। ਉਹ ਵੀ ਉਸ ਬਾਪ ਨੂੰ ਕਹਿੰਦੇ ਨੇ, ਬਾਬਾ ਮੇਰਾ ਸਭ ਕੁਝ ਤੁਹਾਡਾ ਹੈ। ਤੁਹਾਨੂੰ ਵੀ ਇੱਕ ਤਾਂ ਨਿਸ਼ਚੈ ਹੈ ਅਸੀਂ ਆਤਮਾ ਹਾਂ, ਦੂਜਾ ਇਹ ਨਿਸ਼ਚੈ ਹੈ ਅਸੀਂ ਆਤਮਾਵਾਂ ਪਰਮ ਪਿਤਾ ਪਰਮਾਤਮਾ ਤੋਂ ਵਰਸਾ ਲੈ ਰਹੇ ਹਾਂ। ਮਨਸਾ ਵਾਚਾ ਕਰਮਨਾ, ਤਨ ਮਨ ਧਨ ਨਾਲ ਅਸੀਂ ਸ਼ਿਵ ਬਾਬਾ ਦੇ ਮਦਦਗਾਰ ਬੰਦੇ ਹਾਂ। ਇਹ ਸਭ ਕੁਝ ਸ਼ਿਵ ਬਾਬਾ ਨੂੰ ਅਰਪਣ ਕੀਤਾ ਹੋਇਆ ਹੈ। ਫਿਰ ਸ਼ਿਵ ਬਾਬਾ ਡਾਇਰੈਕਸ਼ਨ ਦਿੰਦੇ ਨੇ, ਐਵੇਂ ਐਵੇਂ ਇਹ ਕਰੋ। ਇਹਨਾਂ ਨੂੰ ਕਿਹਾ ਜਾਂਦਾ ਹੈ ਸ਼੍ਰੀਮਤ। ਬਾਪ ਆਪ ਕਹਿੰਦੇ ਨੇ, ਮੈਂ ਇਸ ਪੁਰਾਣੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਵੀ ਪਤਿਤ ਤੋਂ ਪਾਵਨ ਬਣ ਰਹੇ ਨੇ। ਇਹ ਕਿਸ ਨੇ ਕਿਹਾ? ਸ਼ਿਵ ਬਾਬਾ ਨੇ ਕਿਹਾ। ਇਹ ਵੀ ਪਾਵਨ ਬਣ ਰਹੇ ਨੇ। ਇਹਨਾਂ ਦਾ ਵੀ ਮੇਰੇ ਨਾਲ ਹਿਸਾਬ ਕਿਤਾਬ ਹੈ। ਇਹਨਾਂ ਦੇ ਨਾਲ ਇਸ ਦਾ ਹਿਸਾਬ ਕਿਤਾਬ ਨਹੀਂ। ਤੁਸੀਂ ਚਿੱਠੀ ਵੀ ਲਿਖਦੇ ਹੋ, ਸ਼ਿਵ ਬਾਬਾ ਕੇਅਰ ਆਫ ਬ੍ਰਹਮਾ ਬਾਬਾ। ਪਰਮਾਇਆ ਐਵੇਂ ਦੀ ਹੈ ਜੋ ਨਿਰੰਤਰ ਯਾਦ ਰਹਿਣ ਨਹੀਂ ਦਿੰਦੀ। ਬੁੱਧੀ ਯੋਗ ਘੜੀ ਘੜੀ ਤੋੜ ਦਿੰਦੀ ਹੈ। ਜੇਕਰ ਇਹ ਪੱਕਾ ਪੁਰਸ਼ਾਰਥ ਕਰੋਗੇ, ਫਿਰ ਦੂਜਾ ਸਭ ਕੁਝ ਭੁੱਲ ਜਾਏਗਾ। ਸਰੀਰ ਵੀ ਭੁੱਲ ਜਾਏਗਾ। ਇਹ ਸਰੀਰ ਹੋਵੇਗਾ, ਪਰ ਆਤਮਾ ਨੂੰ ਇਹਨਾਂ ਸਭ ਚੀਜ਼ਾਂ ਤੋਂ ਨਫ਼ਰਤ ਆਏਗੀ। ਇਹ ਅਵਸਥਾ ਜਮਾਉਣ ਦੀ ਪ੍ਰੈਕਟਿਸ ਕਰਨੀ ਹੁੰਦੀ ਹੈ। ਅੰਤ ਵਿੱਚ ਸਾਨੂੰ ਆਪਣਾ ਸਰੀਰ ਵੀ ਯਾਦ ਨਾ ਆਏ। ਬਾਬਾ ਕਹਿਣ, ਆਪਣੇ ਆਪ ਨੂੰ ਅਸ਼ਰੀਰੀ ਸਮਝ ਮੁਝ ਬਾਪ ਨੂੰ ਯਾਦ ਕਰਦੇ ਰਹੋ। ਮੈਂ ਹਮੇਸ਼ਾ ਅਸ਼ਰੀਰੀ ਹਾਂ, ਤੁਸੀਂ ਵੀ ਅਸ਼ਰੀਰੀ ਹੋ। ਫਿਰ ਤੁਸੀਂ ਪਾਠ ਵਜਾਇਆ, ਹੁਣ ਫਿਰ ਤੁਹਾਨੂੰ ਪਾਠ ਵਜਾ ਕੇ ਵਾਪਸ ਘਰ ਜਾਣਾ ਹੈ। ਇਸ ਵਿੱਚ ਮਿਹਨਤ ਹੈ। ਵਿਸ਼ਵ ਦਾ ਮਾਲਿਕ ਬਣਨਾ ਕੋਈ ਘੱਟ ਗੱਲ ਹੈ ਕਿ ਮਨੁੱਖ ਹੀ ਵਿਸ਼ਵ ਦਾ ਮਾਲਿਕ ਬਣ ਸਕਦਾ ਹੈ। ਇਹ ਦੇਵਤਾ ਵੀ ਮਨੁੱਖ ਨੇ, ਪਰ ਇਹਨਾਂ ਨੂੰ ਦੇਵੀ ਗੁਣ ਵਾਲੇ ਦੇਵਤਾ ਕਿਹਾ ਜਾਂਦਾ। ਲਕਸ਼ਮੀ ਨਾਰਾਇਣ ਵਿਸ਼ਵ ਦੇ ਮਾਲਿਕ ਸੀ। ਇਹਨਾਂ ਨੂੰ ਆਪਣੇ ਬੱਚੇ ਹੋਣਗੇ, ਉਹੀ ਉਹਨਾਂ ਨੂੰ ਮਾਂ-ਬਾਪ ਮੰਨਣਗੇ। ਪਰ ਅੱਜ ਕੱਲ ਮਨੁੱਖ ਅੰਧ ਸ਼ਰਧਾ ਵਿੱਚ ਇਹਨਾਂ ਲਕਸ਼ਮੀ ਨਾਰਾਇਣ ਨੂੰ ਵੀ ਤਮੇਵ ਮਾਤਾ ਚ ਪਿਤਾ ਤਮੇਵ ਕਹਿੰਦੇ ਨੇ। ਅਸਲ ਵਿੱਚ ਇਹ ਸਾਰੀ ਮਹਿਮਾ ਸ਼ਿਵ ਬਾਬਾ ਦੀ ਹੈ। ਦੇਵਤਾਵਾਂ ਦੀ ਮਹਿਮਾ ਗਾਉਂਦੇ ਨੇ, ਆਪ ਸਰਵਗੁਣ ਸੰਪੰਨ 16 ਕਲਾ ਸੰਪੂਰਨ ਹੋ। ਪਰ ਉਹਨਾਂ ਦੀ ਪੂਜਾ ਕਿਉਂ ਕਰਦੇ ਨੇ, ਕਿਸੇ ਨੂੰ ਪਤਾ ਨਹੀਂ। ਹੁਣ ਤੁਸੀਂ ਐਵੇਂ ਮਹਿਮਾ ਨਹੀਂ ਗਾਓਗੇ ਕਿ ਤੂੰ ਮਾਤ ਪਿਤਾ ਹਮ ਬਾਲਕ ਤੇਰੇ। ਤੁਸੀਂ ਜਾਣਦੇ ਹੋ ਸ਼ਿਵ ਬਾਬਾ ਉਹ ਨਿਰਾਕਾਰ ਪਰਮ ਪਿਤਾ ਪਰਮਾਤਮਾ ਹੈ। ਉਹਨਾਂ ਤੋਂ ਹੀ ਸਾਨੂੰ ਸੁੱਖ ਕਨੇਰੇ ਮਿਲਦੇ ਨੇ। ਬਾਕੀ ਜੋ ਵੀ ਸੰਬੰਧੀ ਆਦਿ ਨੇ, ਉਹਨਾਂ ਤੋਂ ਦੁੱਖ ਹੀ ਮਿਲਦਾ ਹੈ। ਇਹ ਤਾਂ ਇੱਕ ਸਕਰੀਨ ਹੈ ਜਿਸ ਤੋਂ ਸਰਵ ਸੰਬੰਧਾਂ ਦੀ ਰਸਨਾ ਮਿਲਦੀ ਹੈ। ਇਸ ਲਈ ਬਾਪ ਕਹਿੰਦੇ ਨੇ, ਮਾਮਾ ਕਾਕਾ ਚਾਚਾ ਸਭ ਤੋਂ ਬੁੱਧੀ ਯੋਗ ਹਟਾਓ, ਮਮੇਕਮ ਯਾਦ ਕਰੋ। ਤੁਸੀਂ ਗਾਉਂਦੇ ਵੀ ਹੋ, ਦੁੱਖ ਹਰਤਾ ਸੁਖ ਕਰਤਾ ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੈ। ਉਹੀ ਸਾਡਾ ਸਭ ਕੁਝ ਹੈ। ਲੌਕਿਕ ਬਾਪ ਤੋਂ ਵੀ ਦੁੱਖ ਮਿਲਦਾ ਹੈ। ਬਾਕੀ ਟੀਚਰ ਕਿਸੇ ਨੂੰ ਦੁੱਖ ਨਹੀਂ ਦਿੰਦੇ। ਟੀਚਰ ਕੋਲ ਜਾਂਦੇ ਹਾਂ ਪੜ੍ਹਨ ਲਈ,
ਤਾਂ ਕਿ ਸਰੀਰ ਨਿਰਵਾਹ ਹੋ ਸਕੇ। ਹੁਨਰ ਸਿਖਾਉਣ ਵਾਲੇ ਵੀ ਟੀਚਰ ਹੀ ਹੁੰਦੇ ਨੇ। ਉਹ ਸਭ ਅਲਪ ਕਾਲ ਦੇ ਲਈ ਟੀਚਿੰਗ ਕਰਦੇ ਨੇ। ਭਗਤੀ ਵਿੱਚ ਮਹਿਮਾ ਇੱਕ ਰਾਮ ਅਥਵਾ ਪਰਮ ਪਿਤਾ ਪਰਮਾਤਮਾ ਦੀ ਕਰਦੇ ਨੇ। ਉਹਨਾਂ ਨੂੰ ਹੀ ਸਭ ਯਾਦ ਕਰਦੇ ਨੇ। ਅਸਲ ਵਿੱਚ ਭਗਤੀ ਵੀ ਇੱਕ ਦੀ ਕਰਨੀ ਚਾਹੀਦੀ ਹੈ। ਉਹ ਇੱਕ ਹੀ ਤੁਹਾਨੂੰ ਪੂਜਯ ਬਣਾਉਂਦੇ ਨੇ। ਤੁਸੀਂ ਪਹਿਲੇ ਇੱਕ ਸ਼ਿਵ ਬਾਬਾ ਦੀ ਪੂਜਾ ਕਰਦੇ ਹੋ। ਉਹਨਾਂ ਨੂੰ ਸਤੋ ਪ੍ਰਧਾਨ ਭਗਤੀ ਕਿਹਾ ਜਾਂਦਾ। ਫਿਰ ਆਤਮਾ ਵੀ ਸਤੋ ਪ੍ਰਧਾਨ ਤੋਂ ਸਤੋ ਰਜੋ ਤਮੋ ਬਣਦੀ ਹੈ। ਤੁਸੀਂ ਸਮਝਦੇ ਹੋ ਅਸੀਂ ਪੁਜਾਰੀ ਬਣਦੇ ਹਾਂ। ਤੁਸੀਂ ਪਹਿਲੇ ਇੱਕ ਸ਼ਿਵ ਦੀ ਪੂਜਾ ਕਰਦੇ ਹੋ, ਫਿਰ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਨੇ। ਭਗਤੀ ਵੀ ਸਤੋ ਪ੍ਰਧਾਨ ਤੋਂ ਸਤੋ ਰਜੋ ਤਮੋ ਬਣ ਜਾਂਦੀ ਹੈ। ਸਾਡਾ ਡਰਾਮਾ ਵਿੱਚ ਪਾਠ ਬਣਿਆ ਹੋਇਆ ਹੈ, ਸਾਰਾ ਤੁਹਾਡੇ ਉੱਪਰ। ਆਪੇ ਪੂਜੇ ਆਪੇ ਹੀ ਪੁਜਾਰੀ। ਸਾਰਾ ਡਰਾਮਾ ਤੁਹਾਡੇ ਉੱਪਰ ਬਣਿਆ ਹੋਇਆ ਹੈ। ਆਪੇ ਪੂਜੇ ਆਪੇ ਹੀ ਪੁਜਾਰੀ। ਜੋ 84 ਜਨਮ ਪੂਰੇ ਲੈਂਦੇ ਨੇ, ਉਹਨਾਂ ਦੀ ਇਹ ਕਹਾਣੀ ਹੈ। ਉਹਨਾਂ ਨੂੰ ਹੀ ਬਾਪ ਬੈਠ ਦੱਸਦੇ ਨੇ ਕਿ ਤੁਸੀਂ 84 ਜਨਮ ਕਿਵੇਂ ਲਏ। ਹਿਸਾਬ ਵੀ ਉਹਨਾਂ ਦਾ ਹੈ। ਜੋ ਪਹਿਲੇ ਪੂਜੇ ਦੇਵੀ ਦੇਵਤਾ ਬਣਦੇ ਨੇ, ਬਾਪ ਕਹਿੰਦੇ ਨੇ ਮੈਂ ਕਲਪ ਤੁਹਾਨੂੰ ਆ ਕੇ ਪੜ੍ਹਾਉਂਦਾ ਹਾਂ। ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ, ਰਾਜਯੋਗ ਸਿਖਾਉਂਦਾ ਹਾਂ। ਗੀਤਾ ਵਿੱਚ ਭੁੱਲ ਨਾਲ ਕ੍ਰਿਸ਼ਨ ਭਗਵਾਨੋਂ ਵਾਚ ਲਿਖ ਦਿੱਤਾ। ਭਗਵਾਨ ਤਾਂ ਇੱਕ ਹੀ ਹੁੰਦਾ ਹੈ। ਉਹ ਤਾਂ ਕਹਿ ਦਿੰਦੇ ਠਿੱਕਰ ਬਿੱਤਰ ਕਣ ਕਣ ਸਭ ਵਿੱਚ ਪਰਮਾਤਮਾ ਹੈ, ਪਰ ਐਵੇਂ ਹੋ ਨਹੀਂ ਸਕਦਾ। ਭਗਵਾਨ ਦੀ ਮਹਿਮਾ ਅਪਰੰਪਾਰ ਹੈ। ਕਹਿੰਦੇ ਨੇ ਹੇ ਬਾਬਾ, ਤੁਹਾਡੀ ਗਤਮਤ ਨਿਆਰੀ ਹੈ। ਮਤਲਬ ਤੁਹਾਡੀ ਜੋ ਸ਼੍ਰੀਮਤ ਮਿਲਦੀ ਹੈ ਉਹ ਸਭ ਤੋਂ ਨਿਆਰੀ ਹੈ। ਬਾਪ ਨੂੰ ਕਹਿੰਦੇ ਨੇ ਗਤੀ ਸਦਗਤੀ ਦਾਤਾ ਪਰਮ ਪਿਤਾ ਪਰਮਾਤਮਾ। ਤਾਂ ਬੁੱਧੀ ਉੱਪਰ ਵੱਲ ਚਲੀ ਜਾਂਦੀ ਹੈ। ਦੁੱਖ ਦੇ ਟਾਈਮ ਉਹਨਾਂ ਨੂੰ ਯਾਦ ਕਰਦੇ ਨੇ ਹੇ, ਜੇ ਰਾਮ ਸੀਤਾ ਬੁੱਧੀ ਵਿੱਚ ਹੋਣ ਫਿਰ ਤਾਂ ਸਾਰੀ ਰਮਾਇਣ ਹੀ ਬੁੱਧੀ ਵਿੱਚ ਆ ਜਾਵੇ। ਤੁਸੀਂ ਤਾਂ ਪੁਕਾਰਦੇ ਹੋ ਉਸ ਇੱਕ ਬਾਪ ਨੂੰ। ਸਿਵਾਏ ਇੱਕ ਬਾਪ ਦੇ ਕੋਈ ਵੀ ਸਾਕਾਰੀ ਮਨੁੱਖ ਆਕਾਰੀ ਦੇਵਤਾ ਨਾਲ ਬੁੱਧੀ ਨਹੀਂ ਲਗਾਣੀ। ਪਤਿਤ ਪਾਵਨ ਇੱਕ ਬਾਪ ਹੈ। ਕੋਈ ਵੀ ਸਾਤਸੰਗ ਵਿੱਚ ਜਾ ਕੇ ਇਹੀ ਗਾਉਂਦੇ ਨੇ ਪਤਿਤ ਪਾਵਨ ਸੀਤਾਰਾਮ, ਪਰ ਅਰਥ ਕੁਝ ਨਹੀਂ ਜਾਣਦੇ। ਇਹ ਸਭ ਨੇ ਭਗਤੀ ਮਾਰਗ ਦਾ ਗਾਇਨ। ਸਭ ਰਾਵਣ ਦੀ ਜੇਲ੍ਹ ਵਿੱਚ ਨੇ। ਭਗਤੀ ਮਾਰਗ ਵਿੱਚ ਭਟਕਣ ਬਹੁਤ ਹੈ। ਇੱਥੇ ਭਟਕਣ ਦੀ ਕੋਈ ਗੱਲ ਨਹੀਂ। ਬਾਪ ਸਮਝਾਉਂਦੇ ਨੇ ਬੱਚਿਆਂ ਨੂੰ ਪੁਆਇੰਟ ਬੁੱਧੀ ਵਿੱਚ ਚੰਗੀ ਤਰ੍ਹਾਂ ਧਾਰਨਾ ਕਰਨੀ ਹੈ। ਪੜ੍ਹਾਈ ਰੈਗੂਲਰ ਕਰਨੀ ਹੈ। ਜੇਕਰ ਕੋਈ ਕਾਰਨ ਤੋਂ ਸਵੇਰੇ ਨਹੀਂ ਆ ਸਕਦੇ, ਦੁਪਹਿਰ ਨੂੰ ਆ ਜਾਣਾ ਚਾਹੀਦਾ ਹੈ। ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ। ਸਾਰਾ ਦਿਨ ਪਿਆ ਹੈ, ਕੋਈ ਵੀ ਸਮੇਂ ਆ ਕੇ ਪੜੋ। ਇਹ ਬੱਚੀਆਂ ਸਵੇਰ ਤੋਂ ਸ਼ਾਮ ਤੱਕ ਸਰਵਿਸ ਤੇ ਨੇ ਨਾ। ਸਾਰਾ ਦਿਨ ਸਰਵਿਸ ਸਟੇਸ਼ਨ ਖੁੱਲੇ ਹੋਏ ਨੇ। ਕੋਈ ਵੀ ਆਵੇ ਉਹਨਾਂ ਨੂੰ ਰਸਤਾ ਦੱਸਣਾ ਹੈ। ਪਹਿਲੇ ਤਾਂ ਦੱਸਣਾ ਹੈ। ਵਿਚਾਰ ਕਰੋ, ਤੁਹਾਡੇ ਦੋ ਬਾਪ ਨੇ। ਦੁੱਖ ਵਿੱਚ ਪਾਰਲੌਕਿਕ ਬਾਪ ਨੂੰ ਸਭ ਯਾਦ ਕਰਦੇ ਨੇ। ਹੁਣ ਸ਼ਿਵ ਬਾਬਾ ਕਹਿੰਦੇ ਨੇ ਮਮੇਕਮ ਯਾਦ ਕਰੋ। ਮੌਤ ਸਾਹਮਣੇ ਖੜਿਆ ਹੈ। ਇਹ ਉਹੀ ਮਹਾਭਾਰਤ ਲੜਾਈ ਹੈ। ਭਾਵੇਂ ਬੜੇ ਪਦਮਾਪਤੀ ਕਰੋੜਪਤੀ ਨੇ, ਵੱਡੇ ਮਕਾਨ ਆਦਿ ਬਣਾਉਂਦੇ ਨੇ, ਪਰ ਉਹ ਰਹਿਣੇ ਥੋੜੀ ਨੇ। ਇਹ ਸਭ ਟੁੱਟ ਜਾਣੇ ਨੇ। ਉਹ ਸਮਝਦੇ ਨੇ ਕਾਲਯੁਗ ਦੀ ਉਮਰ ਲੱਖਾਂ ਵਰੇ ਹੈ। ਇਸ ਨੂੰ ਕਿਹਾ ਜਾਂਦਾ ਘੋਰ ਹਨੇਰਾ। ਕਿਸੇ ਦੇ ਕੋਲ ਪੈਸੇ ਨੇ, ਪੁੱਛਦੇ ਨੇ ਮਕਾਨ ਬਣਾਈਏ। ਬਾਬਾ ਕਹਿੰਦੇ ਨੇ ਪੈਸੇ ਹੈ ਭਾਵੇਂ ਬਣਾ ਲਓ। ਪੈਸੇ ਵੀ ਤਾਂ ਮਿੱਟੀ ਵਿੱਚ ਮਿਲ ਜਾਣੇ ਨੇ ਨਾ। ਇਹ ਤਾਂ ਟੈਂਪਰੇਰੀ ਨੇ। ਨਹੀਂ ਤਾਂ ਪੈਸੇ ਵੀ ਤਾਂ ਚਲੇ ਜਾਣਗੇ ਨਾ। ਕੁਝ ਨਹੀਂ ਰਹੇਗਾ। ਭਾਵੇਂ ਬਣਾਓ। ਫਿਰ ਉਸ ਵਿੱਚ ਗੀਤਾ ਪਾਠਸ਼ਾਲਾ ਦਾ ਪ੍ਰਬੰਧ ਰੱਖ ਦਿਓ। ਜੋ ਕੋਈ ਤੁਹਾਡੇ ਦਰ ਤੇ ਆਵੇ ਉਸ ਨੂੰ ਭੀਖ ਅਜਿਹੀ ਦੇਵੋ ਜੋ ਇੱਕਦਮ ਉਹ ਵਿਸ਼ਵ ਦਾ ਮਾਲਿਕ ਬਣਾ ਦਿਓ। ਤੁਹਾਡੇ ਕੋਲ ਅਥਾਹ ਗਿਆਨ ਧਨ ਹੈ, ਇਹਨਾਂ ਕੋਲ ਨਹੀਂ ਹੈ। ਤੁਹਾਡੇ ਕੋਲ ਸਭ ਤੋਂ ਸਾਹੂਕਾਰ ਉਹ ਹੈ ਜਿਨ੍ਹਾਂ ਦੇ ਕੋਲ ਗਿਆਨ ਰਤਨ ਬੁੱਧੀ ਵਿੱਚ ਭਰੇ ਹੋਏ ਨੇ। ਕੋਈ ਵੀ ਆਵੇ, ਤੁਸੀਂ ਉਹਨਾਂ ਦੀ ਝੋਲੀ ਭਰਦੇ ਰਹੋ। ਤੁਹਾਡੇ ਕੋਲ ਇੰਨਾ ਖਜ਼ਾਨਾ ਹੈ, ਸਿਰਫ ਬੋਰਡ ਲਗਾ ਦਿਓ, ਆਓ ਅਸੀਂ ਤੁਹਾਨੂੰ ਹਮੇਸ਼ਾ ਸੁਖੀ ਸਵਰਗ ਦਾ ਵਰਸਾ ਪਾਉਣ ਦਾ ਰਸਤਾ ਦੱਸੀਏ। ਪਰ ਬੱਚਿਆਂ ਵਿੱਚ ਉਹ ਨਸ਼ਾ ਨਹੀਂ ਰਹਿੰਦਾ। ਇੱਥੇ ਨਸ਼ਾ ਚੜ੍ਹਦਾ ਹੈ। ਬਾਹਰ ਜਾਣ ਨਾਲ ਭੁੱਲ ਜਾਂਦਾ ਹੈ। ਸ਼ੌਕ ਹੋਣਾ ਚਾਹੀਦਾ ਹੈ। ਕੋਈ ਆਵੇ, ਉਹਨਾਂ ਨੂੰ ਰਸਤਾ ਦੱਸੀਏ ਜੋ ਉਹਨਾਂ ਦਾ ਬੇੜਾ ਪਾਰ ਹੋ ਜਾਵੇ। ਤੁਹਾਡੇ ਕੋਲ ਬਹੁਤ ਭਾਰੀ ਧਨ ਹੈ।
ਕੋਈ ਵੀ ਭਿਖਾਰੀ ਆਵੇ, ਲੱਖਪਤੀ ਆਵੇ, ਤੁਸੀਂ ਉਹਨਾਂ ਨੂੰ ਬਹੁਤ ਰਤਨ ਦੇ ਸਕਦੇ ਹੋ। ਬਾਬਾ ਇੱਥੇ ਨਸ਼ਾ ਚੜਾਉਂਦੇ ਨੇ, ਫਿਰ ਬਾਹਰ ਜਾ ਕੇ ਸੋਡਾ ਵਾਟਰ ਹੋ ਜਾਂਦਾ ਹੈ। ਬਾਬਾ ਤੁਹਾਡੀ ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰ ਦਿੰਦੇ ਨੇ, ਪਰ ਨੰਬਰਵਾਰ ਨੇ। ਕਿਸੇ ਦੀ ਤਕਦੀਰ ਵਿੱਚ ਨਹੀਂ ਤਾਂ ਪੂਰੀ ਰੀਤੀ ਧਾਰਨਾ ਨਹੀਂ ਕਰਦੇ। ਤਕਦੀਰ ਵਿੱਚ ਹੋਏਗਾ ਤਾਂ ਧਾਰਨ ਵੀ ਚੰਗੀ ਤਰ੍ਹਾਂ ਕਰ ਲੈਂਦੇ ਨੇ। ਬਾਬਾ ਕਹਿਣ, ਬੱਚੇ ਕੋਸ਼ਿਸ਼ ਕਰੋ, ਨਿਰੰਤਰ ਯਾਦ ਵਿੱਚ ਰਹੋ। ਐਵੇਂ ਨਹੀਂ ਕਿ ਸੈਂਟਰ ਵਿੱਚ ਜਾ ਕੇ ਇੱਕ ਜਗ੍ਹਾ ਬੈਠ ਜਾਣਾ ਹੈ, ਨਹੀਂ। ਚਲਦੇ ਫਿਰਦੇ ਜਦੋਂ ਵੀ ਸਮੇਂ ਮਿਲੇ ਇੱਕ ਬਾਪ ਨੂੰ ਯਾਦ ਕਰਦੇ ਰਹਿਣਾ ਹੈ। ਹੱਥ ਕਾਰਡੇ, ਦਿਲ ਯਾਰ ਡੇ, ਮਤਲਬ ਬੁੱਧੀ ਦਾ ਯੋਗ ਬਾਪ ਦੇ ਨਾਲ ਲੱਗਿਆ ਰਹੇ। ਬਾਪ ਦੀ ਯਾਦ ਨਾਲ ਤੁਹਾਡਾ ਕਲਿਆਣ ਹੋਵੇਗਾ। 21 ਜਨਮਾਂ ਦੇ ਲਈ ਤੁਸੀਂ ਸਾਹੂਕਾਰ ਬਣ ਜਾਂਦੇ ਹੋ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਨੇ। ਭਗਤੀ ਖਤਮ ਹੋਈ, ਭਾਰਤ ਹੁਣ ਨਰਕ ਬਣ ਗਿਆ, ਇਹੀ ਭਾਰਤ ਸਵਰਗ ਸੀ। ਬਾਪ ਕਹਿੰਦੇ ਨੇ, ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਸਤੋ ਪ੍ਰਧਾਨ ਬਣ ਜਾਏਗੀ। ਬਾਪ ਨੂੰ ਯਾਦ ਕਰੋਗੇ ਤਾਂ ਨਸ਼ਾ ਚੜੇਗਾ। ਸਾਡੇ ਜਿਹਾ ਧਨਵਾਨ ਇਸ ਸ੍ਰਿਸ਼ਟੀ ਤੇ ਹੋਰ ਕੋਈ ਨਹੀਂ। ਬਾਪ ਦੀ ਯਾਦ ਹੀ ਨਹੀਂ ਹੋਏਗੀ ਤਾਂ ਧਨ ਕਿੱਥੋਂ ਆਵੇਗਾ। ਸਵਰਗ ਵਿੱਚ ਤੁਸੀਂ ਬੱਚਿਆਂ ਨੂੰ ਅਪਾਰ ਸੁੱਖ ਮਿਲਦਾ ਹੈ। ਸ਼ਾਸਤਰਾਂ ਵਿੱਚ ਕਿੰਨੀਆਂ ਦੰਤ ਕਥਾਵਾਂ ਲਿਖ ਦਿੱਤੀਆਂ ਨੇ, ਗਾਉਂਦੇ ਨੇ, ਰਾਮ ਰਾਜਾ, ਰਾਮ ਪ੍ਰਜਾ, ਰਾਮ ਸਾਹੂਕਾਰ, ਧਰਮ ਦਾ ਉਪਕਾਰ। ਫਿਰ ਕਹਿੰਦੇ ਨੇ ਰਾਮ ਦੀ ਸੀਤਾ ਚੁੱਕੀ ਗਈ ਬੰਦਰਾਂ ਦੀ ਸੇਨਾ ਲਈ। ਅੱਗੇ ਆਪ ਵੀ ਪੜ੍ਹਦੇ ਸੀ, ਪਰ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਸੀ। ਹੁਣ ਕਿੰਨਾ ਚੰਗੀ ਤਰ੍ਹਾਂ ਸਮਝ ਵਿੱਚ ਆਉਂਦਾ ਹੈ। ਕਿੰਨੀਆਂ ਵੰਡਰਫੁਲ ਗੱਲਾਂ ਲਿਖੀਆਂ ਨੇ। ਬਾਪ ਕਹਿੰਦੇ ਨੇ, ਮੈਨੂੰ ਪ੍ਰਕਿਰਤੀ ਦਾ ਆਧਾਰ ਲੈਣਾ ਪੈਂਦਾ ਹੈ। ਤ੍ਰਿਮੂਰਤੀ ਵਿੱਚ ਬ੍ਰਹਮਾ, ਵਿਸ਼ਨੂੰ, ਸ਼ੰਕਰ ਵਿਖਾਉਂਦੇ ਨੇ, ਪਰ ਇਹ ਨਹੀਂ ਸਮਝਦੇ ਵਿਸ਼ਨੂੰ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ। ਵਿਸ਼ਨੂੰ ਦੇ ਮੰਦਰ ਨੂੰ ਲక్ష్ਮੀ ਨਾਰਾਇਣ ਦਾ ਮੰਦਰ ਕਹਿੰਦੇ ਨੇ, ਪਰ ਅਰਥ ਕੁਝ ਵੀ ਨਹੀਂ ਜਾਣਦੇ। ਵਿਸ਼ਨੂੰ ਦੇ ਦੋ ਰੂਪ ਲక్ష్ਮੀ ਨਾਰਾਇਣ ਨੇ ਜੋ ਸਤਯੁਗ ਵਿੱਚ ਰਾਜ ਕਰਦੇ ਸੀ। ਹੁਣ ਤੁਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਕੋਈ ਵੀ ਆਵੇ, ਬੋਲੋ ਇਹ ਬ੍ਰਹਮਾ ਕੁਮਾਰ ਕੁਮਾਰੀਆਂ ਨੇ। ਪ੍ਰਜਾਪਿਤਾ ਬ੍ਰਹਮਾ ਸਭ ਦਾ ਬਾਪ ਹੋਇਆ। ਬਹੁਤ ਢੇਰ ਦੀ ਢੇਰ ਪ੍ਰਜਾ ਹੈ। ਨਾਮ ਤਾਂ ਸੁਣਿਆ ਹੈ ਨਾ। ਭਗਵਾਨ ਨੇ ਬ੍ਰਹਮਾ ਦੁਆਰਾ ਬ੍ਰਾਹਮਣ ਰਚੇ। ਬਾਪ ਨੇ ਜ਼ਰੂਰ ਬੱਚਿਆਂ ਨੂੰ ਵਰਸਾ ਤਾਂ ਦਿੱਤਾ ਹੋਵੇਗਾ ਨਾ। ਤੁਹਾਨੂੰ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਨੇ। ਤੁਸੀਂ ਸ਼ਿਵ ਬਾਬਾ ਤੋਂ ਵਰਸਾ ਪਾਉਂਦੇ ਹੋ। ਇੱਕ ਹੈ ਲੌਕਿਕ ਬਾਪ, ਦੂਜਾ ਹੈ ਪਾਰਲੌਕਿਕ ਬਾਪ। ਹੁਣ ਇਹ ਤੁਹਾਨੂੰ ਅਲੌਕਿਕ ਬਾਪ ਮਿਲਿਆ ਹੈ। ਇਹ ਤਾਂ ਜੋਹਰੀ ਸੀ, ਇਹ ਥੋੜੀ ਕੁਝ ਜਾਣਦਾ ਸੀ। ਇਹਨਾਂ ਦੇ ਲਈ ਵੀ ਸ਼ਿਵ ਬਾਬਾ ਕਹਿੰਦੇ ਨੇ, ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਮੈਂ ਪ੍ਰਵੇਸ਼ ਕੀਤਾ। ਵਾਨਪ੍ਰਸਤੀ ਬਣਨ ਦਾ ਰਿਵਾਜ ਵੀ ਭਾਰਤ ਵਿੱਚ ਹੈ। 60 ਵਰਿਆਂ ਤੋਂ ਬਾਅਦ ਗੁਰੂ ਕੋਲ ਚਲੇ ਜਾਂਦੇ ਨੇ। ਬਾਪ ਇਹਨਾਂ ਵਿੱਚ ਪ੍ਰਵੇਸ਼ ਕਰਕੇ ਕਹਿੰਦੇ ਨੇ, ਬੱਚੇ ਹੁਣ ਘਰ ਚੱਲਣਾ ਹੈ। ਮੁਕਤੀ ਸਭ ਚਾਹੁੰਦੇ ਨੇ, ਪਰ ਮੁਕਤੀ ਨੂੰ ਜਾਣਦਾ ਕੋਈ ਵੀ ਨਹੀਂ। ਬ੍ਰਹਮ ਵਿੱਚ ਲੀਨ ਕੋਈ ਹੋ ਨਹੀਂ ਸਕਦਾ। ਇਹ ਤਾਂ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਸਭ ਨੂੰ ਪਾਠ ਵਜਾਉਣਾ ਹੀ ਹੈ। ਕਹਿੰਦੇ ਨੇ ਵਰਲਡ ਦੀ ਹਿਸਟਰੀ, ਜੀਓਗ੍ਰਾਫੀ ਰਿਪੀਟ ਹੁੰਦੀ ਹੈ। ਇਹ ਅਨਾਦਿ ਬਣਿਆ ਬਣਾਇਆ ਡਰਾਮਾ ਹੈ। 84 ਜਨਮਾਂ ਦਾ ਪਾਠ ਤੁਸੀਂ ਵਜਾਉਣਾ ਹੀ ਹੈ। ਇਹ ਗਿਆਨ ਡਾਂਸ ਹੁੰਦੀ ਹੈ। ਉਹ ਲੋਕ ਡਮਰੂ ਵਿਖਾ ਦਿੰਦੇ। ਹੁਣ ਸੁੱਖਾ ਵਤਨ ਵਾਸੀ ਸ਼ੰਕਰ ਡਮਰੂ ਕਿਵੇਂ ਵਜਾਏਗਾ? ਬਾਬਾ ਨੇ ਸਮਝਾਇਆ, ਤੁਸੀਂ ਤਾਂ ਬਾਂਦਰ ਮਿਸਲ ਸੀ। ਤੁਹਾਡੇ ਬਾਂਦਰਾਂ ਦੀ ਸੇਨਾ ਲਿੱਤੀ। ਤੁਹਾਡੇ ਅੱਗੇ ਬਾਬਾ ਗਿਆਨ ਦਾ ਡਮਰੂ ਵਜਾ ਰਹੇ ਨੇ, ਤੁਹਾਨੂੰ ਗਿਆਨ ਦੇ ਰਹੇ ਨੇ। ਹੁਣ ਤੁਹਾਡੀ ਸੂਰਤ ਤੇ ਸੀਰਤ ਦੋਨੋਂ ਬਦਲ ਜਾਂਦੀ ਹੈ। ਕਾਮ ਚਿਤਾ ਤੇ ਬੈਠ ਤੁਸੀਂ ਕਾਲੇ ਹੋ ਗਏ। ਬਾਬਾ ਤੁਹਾਨੂੰ ਗਿਆਨ ਚਿਤਾ ਤੇ ਬਿਠਾਏ। ਸੂਰਤ ਤੇ ਸੀਰਤ ਦੋਨੋਂ ਪਲਟਾ ਕੇ ਸਾਵਰੇ ਤੋਂ ਗੋਰਾ ਬਣਾ ਦਿੰਦੇ ਨੇ। ਇੱਥੇ ਬਾਬਾ ਕਿੰਨਾ ਨਸ਼ਾ ਚੜਾਉਂਦੇ। ਫਿਰ ਨਸ਼ਾ ਗੁੰਮ ਕਿਉਂ ਹੋਣਾ ਚਾਹੀਦਾ ਹੈ? ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ, ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਬਾਪ ਨੇ ਜੋ ਅਥਾਹ ਗਿਆਨ ਦਾ ਧਨ ਦਿੱਤਾ ਉਸ ਨੂੰ ਧਾਰਨ ਕਰ ਆਪ ਵੀ ਸਾਹੂਕਾਰ ਬਣਨਾ ਹੈ। ਸਭ ਨੂੰ ਦਾਨ ਵੀ ਕਰਨਾ ਹੈ। ਜੋ ਵੀ ਆਵੇ ਉਸ ਦੀ ਝੋਲੀ ਭਰ ਦੇਣੀ ਹੈ। ਦੂਜਾ, ਬਾਪ ਦੀ ਯਾਦ ਤੋਂ ਹੀ ਕਲਿਆਣ ਹੋਣਾ ਹੈ।
ਇਸ ਲਈ ਜਿੰਨਾ ਹੋ ਸਕੇ ਚਲਦੇ ਫਿਰਦੇ ਬਾਪ ਦੀ ਯਾਦ ਵਿੱਚ ਰਹਿਣਾ ਹੈ। ਸਰਵ ਸੰਬੰਧਾਂ ਦੀ ਰਸਨਾ ਇੱਕ ਬਾਪ ਤੋਂ ਲੈਣੀ ਹੈ। ਵਰਦਾਨ ਹੈ, ਸਾਰੇ ਵ੍ਰਿਕਸ਼ ਦੀ ਨੌਲੇਜ ਨੂੰ ਸਮ੍ਰਿਤੀ ਵਿੱਚ ਰੱਖ ਤਪੱਸਿਆ ਕਰਨ ਵਾਲੇ ਸੱਚੇ ਤਪਸਵੀ ਸੇਵਾਧਾਰੀ ਭਵ। ਸਾਰੇ ਵ੍ਰਿਕਸ਼ ਦੀ ਨੌਲੇਜ ਨੂੰ ਸਮ੍ਰਿਤੀ ਵਿੱਚ ਰੱਖ ਤਪੱਸਿਆ ਕਰਨ ਵਾਲੇ ਸੱਚੇ ਤਪਸਵੀ ਸੇਵਾਧਾਰੀ ਭਵ। ਭਗਤੀ ਮਾਰਗ ਵਿੱਚ ਵਿਖਾਉਂਦੇ ਨੇ ਤਪਸਵੀ ਵ੍ਰਿਕਸ਼ ਦੇ ਥੱਲੇ ਬੈਠ ਕੇ ਤਪੱਸਿਆ ਕਰਦੇ ਸੀ। ਇਸ ਦਾ ਵੀ ਇੱਕ ਰਹੱਸ ਹੈ। ਤੁਸੀਂ ਬੱਚਿਆਂ ਦਾ ਨਿਵਾਸ ਸਥਾਨ ਇਸ ਸ੍ਰਿਸ਼ਟੀ ਰੂਪੀ ਕਲਪ ਵ੍ਰਿਕਸ਼ ਦੀ ਜੜ ਵਿੱਚ ਹੈ। ਵ੍ਰਿਕਸ਼ ਦੇ ਥੱਲੇ ਬੈਠਣ ਨਾਲ ਸਾਰੇ ਵ੍ਰਿਕਸ਼ ਦੀ ਨੌਲੇਜ ਬੁੱਧੀ ਵਿੱਚ ਆਪੇ ਹੀ ਆ ਜਾਂਦੀ ਹੈ। ਸਾਰੇ ਵ੍ਰਿਕਸ਼ ਦੀ ਨੌਲੇਜ ਸਮ੍ਰਿਤੀ ਵਿੱਚ ਰੱਖ ਸਾਖਸ਼ੀ ਹੋ ਕੇ ਇਸ ਵ੍ਰਿਕਸ਼ ਨੂੰ ਵੇਖੋ। ਇਹ ਨਸ਼ਾ ਖੁਸ਼ੀ ਦਿਲਾਏਗਾ। ਇਸ ਨਾਲ ਬੈਟਰੀ ਚਾਰਜ ਹੋ ਜਾਏਗੀ। ਫਿਰ ਸੇਵਾ ਕਰਦੇ ਵੀ ਤਪੱਸਿਆ ਨਾਲ ਨਾਲ ਚਲਦੀ ਰਹੇਗੀ। ਸਲੋਗਨ ਹੈ, ਤਨ ਦੀ ਬਿਮਾਰੀ ਕੋਈ ਵੱਡੀ ਗੱਲ ਨਹੀਂ, ਪਰ ਮਨ ਕਦੇ ਬਿਮਾਰ ਨਾ ਹੋਵੇ। ਤਨ ਦੀ ਬਿਮਾਰੀ ਕੋਈ ਵੱਡੀ ਗੱਲ ਨਹੀਂ, ਪਰ ਮਨ ਕਦੇ ਬਿਮਾਰ ਨਾ ਹੋਵੇ। ਅੱਛਾ, ਓਮ ਸ਼ਾਂਤੀ।